ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ ਇਸ ਬੁਲੇਟਿਨ ਦੇ ਨਾਲ ਤੇ ਇਸ ਬੁਲੇਟਿਨ ਦੇ ਵਿੱਚ ਅਸੀਂ ਤੁਹਾਨੂੰ ਪੰਜਾਬ ਦੀ ਖਾਸ ਤੌਰ ਤੇ ਕਿਸਾਨੀ ਅੰਦੋਲਨ ਦੀ ਹਰ ਇੱਕ ਅਪਡੇਟ ਦਵਾਂਗੇ। ਸਰਕਾਰ ਤੋਂ ਲੈ ਕੇ ਕਿਸਾਨਾਂ ਤੱਕ ਇਸ ਸਮੇਂ ਮੀਟਿੰਗਾਂ ਦਾ ਦੌਰ ਜਾਰੀ ਹੈ ਤੇ ਇਸ ਦੇ ਵਿਚਾਲੇ ਹੋ ਕੀ ਰਿਹਾ ਹੈ। ਪਰ ਸ਼ੁਰੂਆਤ ਕਰਨ ਜਾ ਰਹੇ ਹਾਂ ਉਸ ਚਿੱਠੀ ਤੋਂ ਜੋ ਕਰੀਬ 14 ਦਿਨ ਬਾਅਦ ਪਹੁੰਚੀ ਹੈ, ਪਰ ਇਸ ਚਿੱਠੀ ਨੂੰ ਲੈ ਕੇ ਵਿਵਾਦ ਜ਼ਰੂਰ ਸਾਹਮਣੇ ਆ ਰਿਹਾ ਹੈ। 14 ਦਿਨ ਬਾਅਦ ਸਰਕਾਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਸੱਦਾ ਪੱਤਰ ਤਾਂ ਜ਼ਰੂਰ ਭੇਜਿਆ, ਪਰ ਇਸ ਸੱਦਾ ਪੱਤਰ ਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿਉਂਕਿ ਇਸ ਦੇ ਵਿੱਚ ਮੀਟਿੰਗ ਦੀ ਕੋਈ ਤਾਰੀਖ ਨਹੀਂ ਹੈ। ਤਾਰੀਖ ਦਾ ਫੈਸਲਾ ਕਿਸਾਨਾਂ ਦੇ ਉੱਤੇ ਛੱਡਿਆ ਗਿਆ ਹੈ। कई दिनों के बाद आखिरकार सरकार के वलों किसानों को मुलाकात के लिए चिट्ठी भेजी गई, पर इस चिट्ठी विच सरकार ने मीटिंग के लिए कोई तारीख तय नहीं की। तारीख लिखण की थां ते केंद्र ने गेंद किसानों के पल विच सुट दी। खुद तारीख देने की थां सरकार ने किसानों को ही सवाल किया कि तुसी दसो कदों मीटिंग करनी है। सरकार वालों बिना तारीख भेजी चिट्ठी ते किसानों ने इतराज जताया। किसानों ने कहा कि चिट्ठी की एक एक लाइन विचारनगे। मीटिंग सारा कुछ विचार के ही फिर जो अगली रणनीति दसांगे कि सरकार नाल मीटिंग करनी है या नहीं करनी। जो चिट्ठी दे विच प्रपोजल किहो जी आई है वो सारी स्थिति नूं वाच के सरकार जिहड़ा प्रचार कर रही है किहो जिहा कर रही है, अंदोलन के खिलाफ जिवें कर रही है, और उहदे सारी जिहड़ी स्थिति वाच के ही गलबात। केंद्र दे वल्लों बिना तारीख भेजी चिट्ठी ते जदों बीजेपी नूं सवाल किया गया तो उन्हां दा की जवाब सी, जरा वो भी सुन लवो। सद्दे पत्तर नूं लैके ही पहलां तां इह कन्फ्यूजन है कि की ये किहो जिहा सद्दा पत्तर है, मतलब ना कोई टाइम है ना डेट है ना की है। मेरे समझ ना आती कि गल दा गलोड़ बनता जा रहा है। हाँ। गल कुछ नहीं। दर्शनपाल जी ने जिहड़ा प्रपोजल भेजी सी ओहदे ते जो उनताइयां सी ਉਹ करके सरकार ਨੂੰ भेजी, और सरकार ਤਾਂ ਪਹਿਲੇ ਦਿਨ ਤੋਂ ਹੀ ਕਹਿ ਰਹੀ ਹੈ ਕਿ ਅਸੀਂ ਗੱਲਬਾਤ ਨੂੰ ਤਿਆਰ ਹੈ। ਜਥੇਬੰਦੀਆਂ ਜਦੋਂ ਚਾਹਣ ਅਸੀਂ ਗੱਲ ਕਰਨ ਨੂੰ ਤਿਆਰ ਹਾਂ। ਸੋ ਜਦ ਤੁਸੀਂ ਕਿਸੇ ਨੂੰ ਮਿਲਣਾ ਹੈ ਔਰ ਜਦ ਤੁਸੀਂ ਉਹਨੂੰ ਕਹਿੰਦੇ ਹੋ ਕਿ ਅਸੀਂ ਕਿਸ ਵਕਤ ਗੱਲਬਾਤ ਕਰਨੀ ਹੈ ਸਾਨੂੰ ਦੱਸ ਦੇ, ਇੱਕ ਤੁਸੀਂ ਹੋਰ ਵੱਡਾ ਜੈਸਰ ਖੁੱਲਾ ਦਿਲ ਦਿਖਾਉਂਦੇ ਹੋ। ਸੋ ਮੈਨੂੰ ਉਮੀਦ ਹੈ ਕਿ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਇਸ ਤੇ ਪੋਜ਼ਿਟਿਵਲੀ ਵਿਚਾਰ ਕਰਨਗੀਆਂ। केंद्र वालों बिना तारीख चिट्ठी भेजे जानते विरोधी धिरां ने सरकार नूं घेरिया है। विरोधी धिरां ने कहा कि सरकार ने अधूरे मन दे नाल मीटिंग लई चिट्ठी भेजी है, जो दसदी है कि इस मसले नूं हल करन दी सरकार दी मंशा ही नहीं है। आपको चाहिए कि उनको बुला करके टाइम फिक्स करके बात करें। आप कहते हैं कि हमने चिट्ठी भेज दी है, किसान डिसाइड कर ले, अगर उन्होंने सोच करके मानना है तो ठीक है, नहीं तो मीटिंग नहीं करेंगे। बहुत सारिया सोधा ਲਈ ਮੰਨ ਗਿਓ। ਇਹਦੇ ਨਾਲ ਇਹ ਸਾਬਤ ਹੋ ਗਿਆ ਕਿ ਤੁਹਾਡੇ ਕਾਨੂੰਨਾਂ ਦੇ ਵਿੱਚ ਫਲॉज ਕਮੀਆਂ ਕਮਜ਼ੋਰੀਆਂ ਸੀਗੀਆਂ ਜਿਹਦੀ ਵਜ੍ਹਾ ਕਰਕੇ ਤੁਸੀਂ ਇਹਨਾਂ ਸੋਧਾਂ ਦੇ ਲਈ ਮੰਨਿਓ। ਪਰ ਹੁਣ ਸਿਰਫ ਔਰ ਸਿਰਫ ਜ਼ਿੱਦ ਦੇ ਉੱਪਰ ਅੜੀ ਹੋਈ ਹੈ ਕੇਂਦਰ ਸਰਕਾਰ। ਇਹ ਜ਼ਿੱਦ 8 ਦਸੰਬਰ ਤੋਂ ਬਾਅਦ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਕੋਈ ਰਸਮੀ ਗੱਲਬਾਤ ਨਹੀਂ ਹੋਈ, ਪਰ ਹੁਣ ਕੇਂਦਰ ਨੇ ਕਿਸਾਨਾਂ ਨੂੰ ਮੀਟਿੰਗ ਦੇ ਲਈ ਚਿੱਠੀ ਤਾਂ ਭੇਜੀ ਹੈ, ਪਰ ਇਸ ਬਿਨਾਂ ਤਾਰੀਖ ਵਾਲੀ ਚਿੱਠੀ ਭੇਜੇ ਜਾਣ ਦੇ ਨਾਲ ਨਵੇਂ ਸਵਾਲ ਖੜੇ ਹੋ ਗਏ ਨੇ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਚਿੱਠੀ ਪਹੁੰਚ ਚੁੱਕੀ ਹੈ, ਯਾਨੀ ਕਿ ਸੱਦਾ ਪੱਤਰ ਆ ਚੁੱਕਾ ਹੈ, ਪਰ ਇਸ ਸੱਦੇ ਪੱਤਰ ਦੇ ਉੱਤੇ ਤਾਰੀਖ ਤੇ ਸਮਾਂ ਨਹੀਂ ਹੈ, ਜਿਸ ਨੂੰ ਲੈ ਕੇ ਕਿਸਾਨ ਜਾਂ ਕਹੀਏ ਕਿ ਕਿਸਾਨਾਂ ਤੇ ਸਰਕਾਰ ਦੇ ਵਿਚਾਲੇ ਮੁਲਾਕਾਤ ਦੇ ਸਮੇਂ ਤੇ ਤਾਰੀਖ ਨੂੰ ਲੈ ਕੇ ਸਸਪੈਂਸ ਹੈ। ਉਧਰ ਮਸਲੇ ਦੇ ਹੱਲ ਦੇ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਸੁਖਬੀਰ ਬਾਦਲ ਨੇ ਕੇਂਦਰ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ। ਕੀ ਕੁਝ ਕਹਿ ਰਹੇ ਨੇ ਸੁਖਬੀਰ ਬਾਦਲ, ਉਹ ਵੀ ਸੁਣੋ। ਆਪਣੀ ਜਿੱਦ ਹੈ। ਮੈਂ ਤੁਹਾਨੂੰ ਅੱਜ ਦੱਸਦਾ, ਬੀਜੇਪੀ ਦੇ ਕਈ ਐਮਪੀ ਜਿਹੜੇ ਖਾਸ ਕਰਕੇ ਕਿਸਾਨੀ ਨਾਲ ਸੰਬੰਧ ਹੈ, ਮੇਰੇ ਨਾਲ ਉਹਨਾਂ ਦੀ ਗੱਲ ਹੋਈ ਹੈ, ਉਹ ਵੀ ਬੜੇ ਦੁਖੀ ਹੈ। ਮੈਂ ਜਦੋਂ ਅਸੀਂ ਪਾਰਲੀਮੈਂਟ ਵਿੱਚ ਜਦੋਂ ਮੈਂ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਅਸੀਂ ਅਨਾਉਂਸ ਕੀਤਾ ਸੀ, ਜਦੋਂ ਬੋਲਿਆ ਸੀ, ਤੇ ਸਭ ਤੋਂ ਵੱਧ ਵਧਾਈਆਂ ਬੋਲਣ ਤੋਂ ਬਾਅਦ ਜੋ ਬੈਠਾ ਤੇ ਬੀਜੇਪੀ ਦੇ ਐਮਪੀ, ਉੱਤਰ ਪ੍ਰਦੇਸ਼ ਦੇ ਐਮਪੀ ਸੀ, ਜਿਨ੍ਹਾਂ ਨੇ ਮੈਨੂੰ ਆ ਕੇ ਵਧਾਈ ਦਿੱਤੀ ਕਿ ਤੂੰ ਬਹੁਤ ਵਧੀਆ ਫੈਸਲਾ ਕੀਤਾ। ਬੇਸਿਕਲੀ ਗੱਲ ਹੈ ਹੁਣ ਬੀਜੇਪੀ ਪਾਰਟੀ ਵਿੱਚ ਵੀ ਆਵਾਜ਼ ਉੱਤੇ ਨਹੀਂ ਜਾ ਸਕਦੀ, ਇਹ ਜੀ ਹਾਲਾਤ ਹੈ। ਤਾਂ ਸੁਖਬੀਰ ਬਾਦਲ ਵਰਦੇ ਹੋਏ ਨਜ਼ਰ ਆ ਰਹੇ ਨੇ ਬੀਜੇਪੀ ਦੇ ਉੱਤੇ। ਅੱਗੇ ਵਧਦੇ ਹਾਂ। ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੇ ਨਾਮ ਇੱਕ ਖੁੱਲੀ ਚਿੱਠੀ ਲਿਖੀ ਸੀ, ਜਿਸ ਦਾ ਹੁਣ ਕਿਸਾਨ ਜਥੇਬੰਦੀਆਂ ਨੇ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ ਹੈ। ਕੀ ਨੁਕਤੇ ਨੇ, ਕੀ ਜਵਾਬ ਦਿੱਤਾ ਗਿਆ, ਰਿਪੋਰਟ ਦੇਖੋ।
ਖੇਤੀ ਕਾਨੂੰਨਾਂ ਦੇ ਚੱਲ ਰਹੇ ਰੇੜਕੇ ਦੇ ਵਿਚਾਲੇ ਖੁੱਲੇ ਖਤਾਂ ਦਾ ਦੌਰ ਸ਼ੁਰੂ ਹੋ ਗਿਆ ਹੈ। ਸਰਕਾਰ ਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਖੁੱਲੇ ਖਤ ਦੇ ਰਾਹੀਂ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਖੇਤੀਬਾੜੀ ਮੰਤਰੀ ਨੇ ਕਿਸਾਨ ਜਥੇਬੰਦੀਆਂ ਦੇ ਨਾਂ ਖੁੱਲਾ ਖਤ ਲਿਖਿਆ ਸੀ ਅਤੇ ਹੁਣ ਕਿਸਾਨ ਜਥੇਬੰਦੀਆਂ ਨੇ ਖੇਤੀਬਾੜੀ ਮੰਤਰੀ ਦੇ ਖੁੱਲੇ ਖਤ ਦਾ ਜਵਾਬ ਵੀ ਖੁੱਲੇ ਖਤ ਨਾਲ ਦਿੱਤਾ ਹੈ ਤੇ ਬਾਅਦ ਦਲੀਲ ਦਿੱਤਾ ਹੈ। ਤੁਹਾਨੂੰ ਸੌਖੇ ਸ਼ਬਦਾਂ ਦੇ ਵਿੱਚ ਅਤੇ ਸਰਲ ਤਰੀਕੇ ਦੇ ਨਾਲ ਇਹਨਾਂ ਦੋਵੇਂ ਖਤਾਂ ਦੀਆਂ ਦਲੀਲਾਂ ਸਮਝਾਉਂਦੇ ਹਾਂ। ਖੇਤੀਬਾੜੀ ਮੰਤਰੀ ਕਿਸਾਨਾਂ ਦੇ ਹਿੱਤ ਵਿੱਚ ਕੀਤੇ ਗਏ ਇਹ ਸੁਧਾਰ ਭਾਰਤੀ ਖੇਤੀ ਵਿੱਚ ਨਵੇਂ ਅਧਿਆਏ ਦੀ ਨੀਂਹ ਬਣਨਗੇ। ਇਨ੍ਹਾਂ ਕਾਨੂੰਨਾਂ ਨਾਲ ਕਿਸਾਨ ਭੂਮੀਹੀਣ ਹੋ ਜਾਣਗੇ, ਬਰਬਾਦ ਹੋ ਜਾਣਗੇ। ਸਾਰੇ ਪਿੰਡੂ ਖੇਤਰਾਂ ਦੇ ਵਿੱਚ ਵੱਡੀਆਂ ਕੰਪਨੀਆਂ ਕਬਜ਼ਾ ਕਰ ਲੈਣਗੀਆਂ। ਨਵੇਂ ਕਾਨੂੰਨ ਲਾਗੂ ਹੋਣ ਤੋਂ ਬਾਅਦ ਇਸ ਵਾਰ MSP ਤੇ ਸਰਕਾਰੀ ਖਰੀਦ ਵਿੱਚ ਪਿਛਲੇ ਸਾਰੇ ਰਿਕਾਰਡ ਟੁੱਟ ਚੁੱਕੇ ਨੇ। ਤੁਹਾਡੀ ਸ਼ਾਂਤਾ ਕੁਮਾਰ ਕਮੇਟੀ ਅਨੁਸਾਰ ਸਿਰਫ 6% ਕਿਸਾਨਾਂ ਨੂੰ MSP ਤੇ ਸਰਕਾਰੀ ਖਰੀਦ ਦਾ ਲਾਭ ਮਿਲਦਾ ਹੈ। ਕੁਝ ਲੋਕ ਕਿਸਾਨਾਂ ਨੂੰ ਝੂਠ ਬੋਲ ਰਹੇ ਨੇ ਕਿ MSP ਬੰਦ ਕਰ ਦਿੱਤੀ ਜਾਵੇਗੀ। ਸਪਸ਼ਟ ਹੈ ਕਿ ਕਾਨੂੰਨ ਅਨੁਸਾਰ ਸਰਕਾਰ ਕਾਰਪੋਰੇਟ ਨੂੰ ਉਤਸ਼ਾਹਿਤ ਕਰੇਗੀ ਤੇ ਬਾਕੀ ਪ੍ਰਬੰਧ ਨਿਰ-ਉਤਸ਼ਾਹਿਤ ਹੋਣਗੇ। ਹੌਲੀ-ਹੌਲੀ ਇਹ ਪ੍ਰਬੰਧ ਖਤਮ ਹੋ ਜਾਣਗੇ। ਸਰਕਾਰ ਨੇ ਕਿਸਾਨਾਂ ਨੂੰ ਲਾਗਤ ਦੀ 1.5 ਗੁਣਾ ਕੀਮਤ ਦਿੱਤੀ ਹੈ। ਪਿਛਲੇ 6 ਸਾਲ ਵਿੱਚ MSP ਦੇ ਜ਼ਰੀਏ ਲਗਭਗ ਦੁੱਗਣੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੁੰਚਾਈ ਗਈ ਹੈ। ਉਹ ਸਰਕਾਰ MSP ਕਿਵੇਂ ਬੰਦ ਕਰ ਸਕਦੀ ਹੈ? ਤੁਸੀਂ ਸੁਪਰੀਮ ਕੋਰਟ ਦੇ ਵਿੱਚ ਹਲਫਨਾਮਾ ਦਿੱਤਾ ਹੋਇਆ ਕਿ ਤੁਸੀਂ C2 ਦਾ 1.5 ਗੁਣਾ ਨਹੀਂ ਦੇ ਸਕਦੇ। ਸੱਚ ਤਾਂ ਇਹ ਕਿ 23 ਦੇ ਵਿੱਚੋਂ ਬਹੁਤੀਆਂ ਫਸਲਾਂ ਦਾ MSP ਦੇ ਮੁਤਾਬਿਕ ਮੁੱਲ ਦਿੱਤਾ ਹੀ ਨਹੀਂ ਜਾਂਦਾ। ਖੁੱਲਾ ਬਾਜ਼ਾਰ ਤੁਹਾਨੂੰ ਤੁਹਾਡੇ ਘਰ ਵਿੱਚ ਹੀ ਫਸਲ ਦਾ ਚੰਗਾ ਮੁੱਲ ਮਿਲਣ ਦਾ ਬਦਲ ਦੇਵੇਗਾ ਅਤੇ ਨਾਲ ਹੀ ਫਸਲ ਨੂੰ ਦੂਜੀ ਥਾਂ ਲੈ ਕੇ ਜਾਣ ਦਾ ਖਰਚਾ ਵੀ ਬਚੇਗਾ। ਜਿਸਨੇ ਕਦੀ ਖੇਤੀ ਨਹੀਂ ਕੀਤੀ ਜਾਂ ਮੰਡੀ ਨਹੀਂ ਵੇਖੀ ਉਹ ਇਹ ਗੱਲ ਮੰਨੇਗਾ। ਕਿਸਾਨ ਹਰੇਕ ਮੰਡੀ ਦੇ ਵਿੱਚ ਕਈ ਦਿਨਾਂ ਤੱਕ ਫਸਲ ਵੇਚਣ ਦੇ ਲਈ ਬੈਠੇ ਰਹਿੰਦੇ ਨੇ ਕਿਉਂਕਿ ਹੋਰ ਥਾਂ ਤੋਂ ਲੈ ਕੇ ਜਾਣ ਦਾ ਆਰਥਿਕ ਬੋਝ ਨਹੀਂ ਚੁੱਕ ਸਕਦੇ। ਕਿਸਾਨ ਤੇ ਵਪਾਰੀ ਦੇ ਵਿਚਾਲੇ ਸਿਰਫ ਫਸਲ ਦਾ ਸਮਝੌਤਾ ਹੋਵੇਗਾ, ਜ਼ਮੀਨ ਦਾ ਨਹੀਂ। ਜ਼ਮੀਨ ਤੇ ਕਿਸਾਨ ਦਾ ਹੀ ਮਾਲਕਾਨਾ ਹੱਕ ਰਹੇਗਾ। ਠੇਕਾ ਖੇਤੀ ਕਾਨੂੰਨ ਦੀ 9ਵੀਂ ਧਾਰਾ ਦੇ ਵਿੱਚ ਕਰਜ਼ ਦੇ ਇੱਕ ਸਮਝੌਤੇ ਬਾਰੇ ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਤੇ ਕਰਜ਼ਾ ਜ਼ਮੀਨ ਗਹਿਣੇ ਰੱਖ ਕੇ ਕਹਿ ਦਿੱਤਾ ਜਾਂਦਾ ਹੈ। ਖੇਤੀ ਕਾਨੂੰਨ ਦੇ ਸਮਰਥਨ ਵਿੱਚ ਅਨੇਕਾਂ ਸੂਬਿਆਂ ਦੇ ਕਿਸਾਨ ਮਿਲੇ ਹਨ, ਪਰ ਕੁਝ ਕਿਸਾਨ ਜਥੇਬੰਦੀਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਭੁਲੇਖਾ ਪੈਦਾ ਕਰ ਦਿੱਤਾ ਗਿਆ ਹੈ। ਤੱਥਹੀਣ ਤੇ ਪਾਰਟੀਬਾਜ਼ੀ ਦੀਆਂ ਗੱਲਾਂ ਕਰਕੇ ਸਰਕਾਰ ਕਿਸਾਨਾਂ ਨੂੰ ਭਟਕਾਉਣਾ ਚਾਹੁੰਦੀ ਹੈ। ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਝੂਠ ਦੀ ਨੀਤੀ ਬਣਾਉਣ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਉੱਪਰ ਝੂਠੇ ਇਲਜ਼ਾਮ ਮੜੇ ਜਾ ਰਹੇ ਨੇ। ਸੱਚ ਦੇ ਆਧਾਰ ਤੇ ਗੱਲ ਕਰਨੀ ਚਾਹੀਦੀ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਚੋਣ ਮਨੋਰਥ ਪੱਤਰਾਂ ਅਤੇ ਹੁੱਡਾ ਕਮੇਟੀ ਨੇ ਵੀ ਅਜਿਹੀਆਂ ਸਿਫਾਰਸ਼ਾਂ ਕੀਤੀਆਂ ਸਨ। ਇਹਨਾਂ ਸਾਰੇ ਮੁੱਦਿਆਂ ਦੇ ਨਾਲ ਜਾਂ ਪਾਰਟੀਆਂ ਦੇ ਨਾਲ ਸਾਡਾ ਕੋਈ ਵੀ ਵਾਹ ਵਾਸਤਾ ਨਹੀਂ ਹੈ। MSP ਮੰਡੀ ਅਤੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਜੋ ਝੂਠ ਫੈਲਾਇਆ ਜਾ ਰਿਹਾ ਹੈ ਉਸ ਨੂੰ ਦੂਰ ਕਰਨ ਦੇ ਲਈ ਸਰਕਾਰ ਯਤਨ ਕਰ ਰਹੀ ਹੈ। ਕਿਸਾਨਾਂ ਦੀ ਚਿੰਤਾ ਦੂਰ ਕਰਨ ਦੇ ਲਈ ਅਸੀਂ ਤਿਆਰ ਹਾਂ। ਸਾਡੀ ਇਹੀ ਮੰਗ ਹੈ ਕਿ ਤਿੰਨੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ ਰੱਦ ਕੀਤੇ ਜਾਣ। ਤਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਖੁੱਲੀਆਂ ਚਿੱਠੀਆਂ ਦਾ ਦੌਰ ਸ਼ੁਰੂ ਹੋ ਗਿਆ। ਹਾਲਾਂਕਿ ਸਰਕਾਰ ਨੇ ਕਿਸਾਨਾਂ ਨੂੰ ਮੁੜ ਗੱਲਬਾਤ ਕਰਨ ਦੇ ਲਈ ਸੱਦਾ ਭੇਜਿਆ ਹੈ, ਪਰ ਇਹ ਮਸਲਾ ਕਿੱਥੇ ਜਾ ਕੇ ਨਿਬੜੇਗਾ ਇਹ ਪਤਾ ਨਹੀਂ ਹੈ। ਇਹ ਇੱਕ ਅੱਧਾ ਸੂਬਾ ਹੀ ਨਹੀਂ, ਪੂਰੇ ਦੇਸ਼ ਦੇ ਅੰਦਰ ਸਭ ਤੋਂ ਵੱਧ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਬਿਊਰੋ ਰਿਪੋਰਟ, ਨਿਊਜ਼ 18। ਉਧਰ ਬੀਜੇਪੀ ਦੇ ਆਗੂ ਵਿਨੀਤ ਜੋਸ਼ੀ ਦਾਅਵਾ ਕਰ ਰਹੇ ਨੇ ਕਿ ਕੰਟਰੈਕਟ ਫਾਰਮਿੰਗ ਪੰਜਾਬ ਦੇ ਵਿੱਚ ਕੋਈ ਨਵੀਂ ਚੀਜ਼ ਨਹੀਂ ਹੈ। 20 ਸਾਲ ਤੋਂ ਪੰਜਾਬ ਦੇ ਵਿੱਚ ਕੰਟਰੈਕਟ ਫਾਰਮਿੰਗ ਹੋ ਰਹੀ ਹੈ, ਪਰ ਕਿਸੇ ਵੀ ਕਿਸਾਨ ਦੀ ਜ਼ਮੀਨ ਕੰਪਨੀਆਂ ਨੇ ਜ਼ਬਤ ਨਹੀਂ ਕੀਤੀ। ਜਿਹੜਾ ਸਾਡੇ ਨਏ ਬਿੱਲਾਂ 'ਚ ਕੰਟਰੈਕਟ ਫਾਰਮਿੰਗ ਦਾ ਹੈਗਾ ਹੈ, ਉਹਨੂੰ ਲੈ ਕੇ ਵੀ ਪਾਇਆ ਹੈ। ਮੈਂ ਕਿਸਾਨ ਵੀਰਾਂ ਨੂੰ ਯਾਦ ਕਰਵਾਉਣਾ ਚਾਹਨਾ ਕਿ ਪੰਜਾਬ ਦੇ ਅੰਦਰ ਜਿਹੜੀ ਏਅਰਟੈਲ ਕੰਪਨੀ ਹੈ, ਜਿਹਦੇ ਮੋਬਾਈਲ ਤੋਂ ਤੁਸੀਂ ਉਸ ਫੇਸਬੁੱਕ ਲਾਈਵ ਹੋ ਰਹੇ ਹੋ, ਉਹਨਾਂ ਦੀ ਫੀਲਡ ਫਰੈਸ਼ ਕੰਪਨੀ ਹੈ ਔਰ ਲਗਭਗ 25 ਸਾਲ ਤੋਂ ਕੰਟਰੈਕਟ ਫਾਰਮਿੰਗ ਕਰ ਰਹੀ ਹੈ ਉੱਥੇ ਲੁਧਿਆਣੇ ਕੋਲ। ਉਹ ਤਾਂ ਕੋਈ ਬੁਰੀ ਗੱਲ ਨਹੀਂ ਹੋਈ। ਪੈਪਸੀਕੋ ਜਿਹੜੀ ਕੰਪਨੀ ਹੈ ਜਿਹਦਾ ਲੀਡਰ ਉਹ 'ਚ ਹੈਗਾ, ਕਾਂਗਰਸ 'ਚ ਹੈਗਾ, ਉਹਨਾਂ ਦੀ ਜਿਹੜੀ ਇੱਥੇ ਪਟਿਆਲੇ ਕੋਲ ਹੈਗੀ ਹੈ, ਉੱਥੇ ਉਹਨਾਂ ਦੀ ਕੰਟਰੈਕਟ ਫਾਰਮਿੰਗ ਚੱਲ ਰਹੀ ਕਈ ਸਾਲਾਂ ਤੋਂ। ਉਸ 'ਚ ਤਾਂ ਕਿਸੇ ਦਾ ਕੋਈ ਜ਼ਮੀਨ ਨਹੀਂ ਮਰੀ।
ਤਾਂ ਬੀਜੇਪੀ ਦੇ ਆਗੂ ਆਪਣਾ ਤਰਕ ਦੇ ਰਹੇ ਨੇ, ਦੂਜੇ ਪਾਸੇ ਕਿਸਾਨਾਂ ਦਾ ਆਪਣਾ, ਪਰ ਇਸ ਸਭ ਦੇ ਵਿਚਾਲੇ ਵਿਰੋਧੀ ਵੀ ਸਰਕਾਰ ਨੂੰ ਘੇਰਦੇ ਨਜ਼ਰ ਆਉਂਦੇ ਨੇ। ਹੁਣ ਅੱਗੇ ਵਧਦੇ ਅੰਦੋਲਨ ਲੰਬਾ ਹੁੰਦਾ ਜਾ ਰਿਹਾ ਤੇ ਇਸ ਦੌਰਾਨ ਕਈ ਜਾਨਾਂ ਵੀ ਜਾ ਰਹੀਆਂ ਨੇ। ਬਾਬਾ ਰਾਮ ਸਿੰਘ ਨੇ ਸਿੰਘੂ ਬਾਰਡਰ ਤੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ ਸੀ। ਸਿੰਘੂ ਬਾਰਡਰ ਦੇ ਉੱਤੇ ਹੀ ਇੱਕ ਹੋਰ ਕਿਸਾਨ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਕੁਝ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। 65 ਵਰਿਆਂ ਦੇ ਨਿਰੰਜਨ ਸਿੰਘ ਕਿਸਾਨ ਨੇ ਸਿੰਘੂ ਬਾਰਡਰ ਤੇ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਤੋਂ ਬਾਅਦ ਉਹਨਾਂ ਨੂੰ ਰੋਹਤਕ ਪੀਜੀਆਈ ਦਾਖਲ ਕਰਵਾਇਆ ਗਿਆ। ਨਿਰੰਜਨ ਸਿੰਘ ਦੀ ਜੇਬ ਦੇ ਵਿੱਚੋਂ ਚਿੱਠੀ ਵੀ ਮਿਲੀ, ਜਿਸ ਦੇ ਵਿੱਚ ਉਸਨੇ ਲਿਖਿਆ ਕਿ ਜਿਸ ਤਰ੍ਹਾਂ ਕਿਸਾਨ ਇਹਨਾਂ ਮੁਸ਼ਕਿਲ ਹਾਲਾਤਾਂ ਦੇ ਵਿੱਚ ਸੰਘਰਸ਼ ਕਰ ਰਹੇ ਨੇ, ਉਹਨਾਂ ਦੀ ਤਕਲੀਫ ਤੋਂ ਉਹ ਬਹੁਤ ਦੁਖੀ ਨੇ। ਸਰਕਾਰ ਸਾਡੇ ਨਾਲ ਗੁਲਾਮਾਂ ਵਰਗਾ ਵਿਹਾਰ ਕਰ ਰਹੀ ਹੈ। ਇਸ ਤਰ੍ਹਾਂ ਦਿੱਲੀ ਮੋਰਚੇ ਤੋਂ ਪਰਤੇ ਫਿਰੋਜ਼ਪੁਰ ਦੇ ਪਿੰਡ ਕਰੀਕਲਾ ਦੇ ਕਿਸਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਮੁਤਾਬਕ ਉਹਨਾਂ ਦਾ 22 ਵਰਿਆਂ ਦਾ ਬੇਟਾ ਕਈ ਦਿਨਾਂ ਤੋਂ ਦਿੱਲੀ ਧਰਨੇ ਤੇ ਬੈਠਾ ਸੀ ਤੇ ਹੁਣੇ ਪਰਤਿਆ ਸੀ। ਖੇਤੀ ਕਾਨੂੰਨ ਰੱਦ ਨਾ ਹੋਣ ਕਰਕੇ ਉਹ ਪਰੇਸ਼ਾਨ ਸੀ। ਜੀ 11 ਤਰੀਕ ਤੇ ਗਏ ਸੀ ਧਰਨੇ ਜੀ ਦਿੱਲੀ ਤੇ ਪਰੇਸ਼ਾਨ ਦੇ ਨਾਲ ਗਏ, ਸਾਰਿਆਂ ਦੇ ਜ਼ਿਮੀਂਦਾਰਾਂ ਦੇ ਨਾਲ ਗਏ ਜੀ। ਉੱਥੇ ਵੇਖ ਕੇ ਹਾਲਾਤ ਬਹੁਤ ਮਾੜੇ ਤੇ ਆਣ ਕੇ ਦਿਲ ਟੈਨਸ਼ਨ ਉਦੋਂ ਦੀ ਲਾਈ ਕੀ ਬਣਿਆ ਨਹੀਂ। ਪਹਿਲਾਂ ਕੁਛ ਕਿੱਧਰ ਨੂੰ ਜਾਵਾਂਗੇ, ਕਰਜ਼ਾ ਅੱਗੇ ਸਿਰ ਤੇ ਬਹੁਤ ਹੈ। ਰਾਤ ਆਇਆ ਜੀ ਤੇ ਰਾਤ ਕੇ ਵਕਾ। ਕੀ ਨਾਮ ਸੀ? ਕੁਲਬੀਰ ਸਿੰਘ ਨਾਂ ਜੀ। ਕਿਹੜੇ ਪਿੰਡ? ਕਰੀ ਕਲਾਂ ਪਿੰਡ, ਜ਼ਿਲ੍ਹਾ ਫਿਰੋਜ਼ਪੁਰ। ਬੈਂਕ ਦਾ ਕਿੰਨਾ ਕਰਜ਼ਾ ਹੈਗਾ ਜੀ? ਇਹ ਜੀ 8-9 ਲੱਖ ਦੇ ਕਰੀਬ ਹੋਊ, ਸਾਰਾ ਹੋਏਗਾ ਜੀ। ਹਾਂਜੀ। ਕੀ ਥੋੜੇ ਪਰੇਸ਼ਾਨ ਸੀਗੇ? ਹਾਂ ਪਛਾਣ ਰਹੇ, ਹਾਂਜੀ। ਉੱਥੇ ਵੇਖ ਕੇ ਲਾ ਵੇਖ ਕੇ ਉੱਥੇ ਹੋ ਗਏ ਵੀ ਇੱਥੇ ਕੀ ਬਣਿਆ, ਦੁਨੀਆ ਨਾਲ ਕੀ ਬਣੂਗਾ। ਖਾਸਾ ਜੀ ਭਾਜੀ ਇਦਾਂ ਹੀ ਵੀ ਇਹ ਗਿਆ ਸੀ 11 ਤਰੀਕ ਦੇ ਧਰਨੇ ਤੇ। ਪਹਿਲਾਂ ਵੀ ਜਿੰਨੇ ਧਰਨੇ ਲੱਗੇ ਨੇ ਇਹ ਨਾਲ ਹੀ ਜਾਂਦੇ ਰਹੇ ਨੇ ਤੇ ਇਹ ਜਦੋਂ 11 ਤਰੀਕ ਤੇ ਗਏ ਸੀ ਤੇ ਉੱਥੇ ਜਾ ਕੇ ਵੀ ਇਹੀ ਦੇਖਿਆ, ਉਹ ਨਾਲ ਜਿਹੜੇ ਹੈ ਸੀ ਉਹਨਾਂ ਦੱਸਿਆ ਵੀ ਜਿਹੜਾ ਮੁੰਡਾ ਰਿਹਾ ਵੀ ਉੱਥੇ ਵੀ ਰੋਂਦਾ ਸੀ ਵੀ ਹੁਣ ਗਾਂ ਕਿਸਾਨੀ ਦਾ ਕੀ ਬਣੂਗਾ, ਵੀ ਜ਼ਮੀਨਾਂ ਤਾਂ ਅੱਗੇ ਉਨੀਆਂ ਕੁ ਨੇ ਤੇ ਜੇ ਵੀ ਖੁੱਸ ਗਿਆ ਤੇ ਕੀ ਕਰਾਂਗੇ। ਕੁਛ ਨਹੀਂ ਹੋਇਆ। ਮੈਂ ਆਪਣੀ ਮਰਜ਼ੀ ਦਾ ਗੁੱਸੇ ਚ ਆ ਕੇ ਰੋਡ ਦੇ ਵਿੱਚ ਕੁਰਬਾਨੀ ਦੇਣ ਵਾਸਤੇ ਦਵਾਈ ਖਾਧੀ ਆ ਤੇ ਮੇਰੇ ਜੋ ਭਰਾ ਵਾ ਭੈਣ ਭਰਾਵਾ ਸੀ ਕਿਸਾਨ ਆ, ਸਾਨੂੰ ਮਾਰਨ ਵਾਸਤੇ ਇੱਕ ਜੋ ਮੋਦੀ ਨੇ ਕਾਨੂੰਨ ਬਣਾਇਆ ਤਾ ਉਹਦੇ ਖਾਦ ਕਰਾਉਣ ਦੇ ਬਰਕਰਾਰ ਮੋਦੀ ਦੇ ਕੰਨਾਂ 'ਚ ਆਵਾਜ਼ ਪਹੁੰਚਾਉਣ ਤੱਕ ਇਹ ਮੈਂ ਦਵਾਈ ਖਾਧੀ ਆ। ਮੈਂ ਕੋਈ ਨਖਰਾ ਨਹੀਂ ਕੀਤਾ ਤੇ ਇੱਕ ਸਾਥ से जो कौमा है ना वो कुर्बानी का ही काम किया। आपकी बात ठीक है, लेकिन कुर्बानी इसमें समाधान नहीं है जी। आप इतने दिन से आप मेहनत कर रहे हो, आपका आंदोलन इतना सक्सेस है, फिर भी आप क्यों इतना गलत स्टेप उठा रहे हैं? हमने कोई दंगा तो नहीं किया जी, हमने साथ में ही अपना जो प्रोग्राम किया साथ में किया, दंगा नहीं किया। हमने सिर्फ उसके जो बोले कान है ना उन पर कान आप बात। ਤੇ ਅਜਿਹੀਆਂ ਖਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ, ਪਰ ਅਪੀਲ ਸਾਡੀ ਵੀ ਇਹੀ ਕਿ ਪੂਰੇ ਪ੍ਰਦਰਸ਼ਨ ਦੇ ਦੌਰਾਨ ਕਿਸਾਨਾਂ ਨੇ ਬਹੁਤ ਸੰਜਮ ਦੇ ਨਾਲ ਗੱਲਬਾਤ ਨੂੰ ਵੀ ਅੱਗੇ ਵਧਾਇਆ ਤੇ ਪੂਰਾ ਪ੍ਰਦਰਸ਼ਨ ਕੀਤਾ ਹੈ ਤੇ ਖੁਦਕੁਸ਼ੀ ਕਿਸੇ ਮਸਲੇ ਦਾ ਹੱਲ ਬਿਲਕੁਲ ਨਹੀਂ ਹੋ ਸਕਦੀ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਫੌਰਨ ਵਾਪਸ ਆਵਾਂਗੇ। ਇਨਕਮ ਟੈਕਸ ਦੇ ਵੱਲੋਂ ਕੀਤੀ ਗਈ ਛਾਪੇਮਾਰੀ ਕਾਰਨ ਆੜਤੀਆਂ ਨੇ ਵੀ ਮੋਰਚਾ ਖੋਲਿਆ ਹੋਇਆ ਹੈ। ਆੜਤੀਆਂ ਨੇ 22 ਤੋਂ 25 ਦਸੰਬਰ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਉਹਨਾਂ ਨੇ ਕੇਂਦਰ ਸਰਕਾਰ ਦੇ ਉੱਤੇ ਬਦਲੇ ਨਾਲ ਕੰਮ ਕਰਨ ਦੇ ਇਲਜ਼ਾਮ ਵੀ ਲਗਾਏ। ਪੰਜਾਬ ਦੇ ਆੜ੍ਹਤੀਆਂ ਨੇ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ ਅਤੇ 4 ਦਿਨ ਦੀ ਹੜਤਾਲ ਕਰਨ ਦਾ ਐਲਾਨ ਕਰ ਦਿੱਤਾ ਹੈ। ਇਨਕਮ ਟੈਕਸ ਵੱਲੋਂ ਆੜ੍ਹਤੀਆਂ ਦੀਆਂ ਦੁਕਾਨਾਂ ਅਤੇ ਘਰਾਂ ਤੇ ਛਾਪੇਮਾਰੀ ਕੀਤੀ ਗਈ, ਦਸਤਾਵੇਜ਼ ਖੰਗਾਲੇ ਗਏ। ਆੜ੍ਹਤੀਆਂ ਨੇ ਇਸ ਨੂੰ ਕੇਂਦਰ ਦੀ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ ਅਤੇ 22 ਤੋਂ 25 ਦਸੰਬਰ ਤੱਕ ਪੰਜਾਬ ਦੀਆਂ ਸਾਰੀਆਂ ਮੰਡੀਆਂ ਬੰਦ ਰੱਖਣ ਦਾ ਐਲਾਨ ਕੀਤਾ ਹੈ। ਆੜਤੀਆਂ ਦੇ ਇਨਕਮ ਟੈਕਸ ਦੇ ਜਿਹੜੇ ਰੇਟ ਕਰਾਏ ਆ ਉਹਦੇ ਸਬੰਧ ਵਿੱਚ ਅਸੀਂ ਵਿਰੋਧ ਵਿੱਚ ਜਿਹੜੀ ਆ ਮੰਡੀ ਬੰਦ ਕੀਤੀ। ਹਾਲਾਂਕਿ ਆੜ੍ਹਤੀਏ ਵੀ ਮੰਨਦੇ ਨੇ ਕਿ ਇਸ ਨਾਲ ਕਿਸਾਨਾਂ ਨੂੰ ਪਰੇਸ਼ਾਨੀ ਹੋਵੇਗੀ, ਕਿਉਂਕਿ ਮੰਡੀਆਂ ਦੇ ਵਿੱਚ ਉਹਨਾਂ ਦੀ ਫਸਲ ਵਿਕਣ ਦੇ ਲਈ ਪਈ ਹੋਈ ਹੈ, ਪਰ ਉਹ ਹੜਤਾਲ ਕਰਨ ਦੇ ਲਈ ਮਜਬੂਰ ਨੇ ਕਿਉਂਕਿ ਸਰਕਾਰ ਨੇ ਉਹਨਾਂ ਦੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਹੈ। ਸਮੁੱਚੇ ਪੰਜਾਬ ਦੀ ਆੜ੍ਹਤੀਆ ਯੂਨੀਅਨ ਨੇ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੋਇਆ ਹੈ। ਇਹ ਤੇ ਬਦਲੇ ਦੀ ਕਾਰਵਾਈ ਦੀ ਕਰਕੇ ਸਾਡੇ ਆੜ੍ਹਤੀਆਂ ਦੇ ਘਰਾਂ ਦੇ ਵਿੱਚ ਇਨਕਮ ਟੈਕਸ ਦੀਆਂ ਰੇਡਾਂ ਇਹ ਮੋਦੀ ਸਾਹਿਬ ਪਵਾ ਰਹੇ ਨੇ। ਤਾਂ ਉਧਰ ਇਸ ਪੂਰੇ ਮਾਮਲੇ ਤੇ ਸਿਆਸਤ ਵੀ ਭੱਕ ਗਈ ਹੈ। ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਨੂੰ ਘੇਰਿਆ ਅਤੇ ਆੜ੍ਹਤੀਆਂ ਉੱਤੇ ਬਦਲੇ ਦੀ ਭਾਵਨਾ ਨਾਲ ਕਾਰਵਾਈ ਕਰਨ ਦੇ ਇਲਜ਼ਾਮ ਲਾਏ ਨੇ। ਮੋਦੀ ਦੀ ਸਰਕਾਰ ਅੱਜ ਆੜ੍ਹਤੀ ਭਰਾਵਾਂ ਦੇ ਉੱਪਰ ਇਨਕਮ ਟੈਕਸ ਵਰਗੀਆਂ ਏਜੰਸੀਆਂ, ਈਡੀ ਵਰਗੀਆਂ ਏਜੰਸੀਆਂ ਨੂੰ ਉਹਨਾਂ ਨੂੰ ਤੋੜਨ ਵਾਸਤੇ ਲੱਗੀ ਹੋਈ ਹੈ। ਕਿਉਂਕਿ ਕਿਸਾਨੀ ਸੰਘਰਸ਼ ਨੂੰ ਤੋੜਨ ਲਈ ਕਦੇ ਮਾਓਵਾਦੀਆਂ ਦਾ ਨਾਂ ਦਿੱਤਾ ਜਾਂਦਾ, ਕਦੇ ਅੱਤਵਾਦੀਆਂ ਦਾ ਨਾਂ ਦਿੱਤਾ ਜਾਂਦਾ, ਕਦੇ ਵੱਖਵਾਦੀਆਂ ਦਾ ਨਾਂ ਦਿੱਤਾ ਜਾਂਦਾ ਤੇ ਕਦੇ ਉਹਨਾਂ ਤੇ ਫੰਡਾਂ ਦੇ ਇਲਜ਼ਾਮਾਤ ਲਾਏ ਜਾਂਦੇ ਆ। ਇਹ ਵੀ ਉਸੇ ਨੀਤੀ ਦੇ ਤਹਿਤ ਹੈ ਕਿ ਕਿਸੇ ਨਾ ਕਿਸੇ ਤਰੀਕੇ ਸੰਘਰਸ਼ ਨੂੰ ਤੋੜਿਆ ਜਾਵੇ।
ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਪ੍ਰਦਰਸ਼ਨ ਵਿੱਚ ਆੜਤੀਏ ਵੀ ਪੂਰੀ ਤਰ੍ਹਾਂ ਡਟੇ ਹੋਏ ਨੇ। ਆੜਤੀ ਵੀ ਕਿਸਾਨਾਂ ਦਾ ਸਾਥ ਦੇ ਰਹੇ ਨੇ ਅਤੇ ਆੜਤੀਆਂ ਉੱਤੇ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਗਈ ਰੇਡ ਨੂੰ ਵੀ ਇਸੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਬਿਊਰੋ ਰਿਪੋਰਟ, ਨਿਊਜ਼ 18।